ਆਪ ਲਿਓ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਬੈਠਿਓ ਗੁਰੂ, ਜਾਣਤ ਸਕਲ ਪ੍ਰਸੰਗ। ਇਹਦੀ ਨੇ ਦਰਸ਼ਨ ਕਰਿਓ, ਭਾ ਸੀਤਲ ਸਰਬੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਨੇ ਗੁਰਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ। ਆਓ ਹੁਣ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਜੀ ਦੀ ਪਾਵਨ ਕਥਾ ਦਾ ਆਨੰਦ ਮਾਣੀਏ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ। ਜਪਿਓ ਜਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਵੀ ਨਾਮ ਜਪਿਆ, ਸਿਮਰਨ ਕੀਤਾ, ਧਿਆਨ ਕੀਤਾ, ਉਹਨਾਂ ਦੇ ਜਨਮ ਮਰਨ ਦੇ ਚੱਕਰ ਕੱਟੇ ਗਏ, ਆਵਾਗਾਉਣ ਦੇ ਚੱਕਰ ਮਿਟ ਗਏ। ਐਸੇ ਸਤਿਗੁਰਾਂ ਦੀ ਪਾਵਨ ਕਥਾ ਚੱਲ ਰਹੀ ਹੈ, ਪ੍ਰੇਮ ਨਾਲ ਸਰਵਣ ਕਰੀਏ। ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿਰੋਧ ਵਿੱਚ ਦੁਸ਼ਟ ਚੰਦੂ ਨੇ ਸਾਜ਼ਿਸ਼ਾਂ ਕੀਤੀਆਂ, ਬਾਦਸ਼ਾਹ ਦੇ ਕੰਨ ਭਰੇ, ਖੁਸਰੋ ਨੂੰ ਪਨਾਹ ਦੇਣ ਦਾ ਝੂਠਾ ਮੁਕੱਦਮਾ ਬਣਾ ਕੇ ਗੁਰੂ ਸਾਹਿਬ ਨੂੰ ਮੁਕੱਦਮੇ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 2 ਲੱਖ ਰੁਪਈਆ ਜੁਰਮਾਨਾ ਕਹਿ ਕੇ ਭੇਜ ਦਿੱਤਾ ਵੀ ਤੁਸੀਂ ਉਹ ਭੇਜਣਾ ਹੈ, ਲੈ ਕੇ ਆਉਣਾ ਤੇ ਲਾਹੌਰ ਪੇਸ਼ ਹੋਣਾ ਹੈ। ਸਤਿਗੁਰੂ ਜੀ ਨੂੰ ਇਹ ਪਰਵਾਨਾ ਦੇਣ ਵਾਸਤੇ ਐਦੀ ਭੇਜੇ। ਐਦੀਆਂ ਨੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਐਦੀਆਂ ਦਾ ਮਨ ਵੀ ਸ਼ਾਂਤ ਹੋ ਗਿਆ। ਭਾਵੇਂ ਚੰਦੂ ਨੇ ਬੜਾ ਸਿਖਾ ਕੇ ਭੇਜਿਆ ਸੀ ਵੀ ਗੁਰੂ ਅਰਜਨ ਦੇਵ ਨੂੰ ਕੌੜੇ ਸ਼ਬਦਾਂ 'ਚ ਗੱਲ ਕਰਨੀ ਹੈ, ਤਾੜਨਾ ਕਰਨੀ ਹੈ, ਸਖਤ ਤੋਂ ਸਖਤ ਮਾੜੇ ਚੰਗੇ ਬਚਨ ਬੋਲਣੇ ਹਨ। ਪਰ ਸਾਧ ਸੰਗਤ ਜੀ, ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਐਦੀ ਦਾ ਮਨ ਬਦਲ ਗਿਆ। ਉਹ ਉੱਚਾ ਨਹੀਂ ਬੋਲ ਸਕਿਆ। ਉਹਨੇ ਚੰਦੂ ਦੀ ਚਿੱਠੀ ਜ਼ਰੂਰ ਸਰਕਾਰ ਦੀ ਜਿਹੜੀ ਸੀ ਪਰਵਾਨਾ, ਉਹ ਗੁਰੂ ਸਾਹਿਬ ਨੂੰ ਦਿੱਤਾ ਤੇ ਨਾਲ ਉਹਨੇ ਹਮਦਰਦੀ ਵਜੋਂ ਇਹ ਵੀ ਬੇਨਤੀ ਕੀਤੀ, ਮਹਾਰਾਜ ਦੁਸ਼ਟਾਂ ਦੀ ਸਭਾ ਤੁਹਾਡੇ ਵਿਰੋਧ ਵਿੱਚ ਹੈ, ਤੁਸੀਂ ਸੰਭਲ ਕੇ ਜਾਣਾ ਹੈ। ਇਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਸਰਵਣ ਕਰੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਨੂੰ ਸਿਮਰੀਏ, ਧਿਆਈਏ। ਸਤਿਗੁਰਾਂ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਬੈਠਿਓ ਗੁਰੂ, ਮਹਾਰਾਜ ਪੰਚਮ ਪਾਤਸ਼ਾਹ ਜੀ ਦੀਵਾਨ ਵਿੱਚ ਬੈਠੇ ਹਨ। ਜਾਣਤ ਸਕਲ ਪ੍ਰਸੰਗ, ਔਰ ਸਭ ਕੁਝ ਸਤਿਗੁਰੂ ਜਾਣਦੇ ਹਨ, ਜਾਣੀ ਜਾਣ ਹਨ, ਅੰਤਰਜਾਮੀ ਹਨ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਜੀ ਆਉਣ ਵਾਲਾ ਸਮਾਂ ਚੰਗੀ ਤਰ੍ਹਾਂ ਜਾਣਦੇ ਹਨ। ਇਹਦੀ ਨੇ ਦਰਸ਼ਨ ਕਰਿਓ, ਇਹਨਾਂ ਨੂੰ ਐਦੀ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋ ਗਿਆ ਤੇ ਐਦੀ ਨੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਭਾ ਸੀਤਲ ਸਰਬੰਗ। ਐਦੀ ਦਾ ਤਨ ਮਨ ਠੰਡਾ ਹੋ ਗਿਆ। ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਦੇ ਵਿੱਚ ਬੜੀ ਸ਼ਾਂਤੀ ਆਈ ਹੈ। ਚੌਪਈ ਲਿਖਿਓ ਸ਼ਾਹੋ ਕੋ ਧਰਿਓ ਅਗਾਰੀ, ਫਿਰ ਐਦੀ ਇਹਨੇ ਬਾਦਸ਼ਾਹ ਦਾ ਲਿਖਿਆ ਹੋਇਆ ਪਰਵਾਨਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰੱਖਿਆ। ਆਪ ਜੋਰ ਕਰ ਬੰਧਨ ਧਾਰੀ, ਔਰ ਹੱਥ ਜੋੜ ਕੇ ਮਹਾਰਾਜ ਨੂੰ ਮੱਥਾ ਟੇਕਿਆ। ਦੇਖ ਸਰੂਪ ਸੁਭਾਵ ਵਿਸਾਲਾ, ਗੁਰੂ ਸਾਹਿਬ ਦਾ ਸਰੂਪ ਦੇਖ ਕੇ, ਗੁਰੂ ਸਾਹਿਬ ਦਾ ਸੁਭਾਅ ਵੇਖ ਕੇ ਇਹਦੀ ਕਹਿ ਨਾ ਸਕਿਓ ਤਿਸ ਕਾਲਾ, ਉਹ ਐਦੀ ਕੁਝ ਬੋਲ ਨਹੀਂ ਸਕਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਮਣੇ ਐਦੀ ਨੂੰ ਸਿਖਾ ਕੇ ਭੇਜਿਆ ਸੀ ਨਾ ਵੀ ਗੁਰੂ ਅਰਜਨ ਦੇਵ ਜੀ ਨੂੰ ਕੌੜੇ ਬਚਨ ਕਹਿਣੇ ਹੈ,
ਸਖਤ ਸ਼ਬਦਾਂ 'ਚ ਤਾੜਨਾ ਕਰਨੀ ਹੈ, ਉਹ ਐਦੀ ਦੇ ਮੂੰਹ ਤੋਂ ਗੱਲਾਂ ਨਹੀਂ ਨਿਕਲ ਸਕੀਆਂ। ਪੂਰਨ ਪੁਰਸ਼ ਦੀ ਕਮਾਈ ਹੁੰਦੀ ਹੈ ਦੁਸ਼ਟਾਂ ਦੀ ਜ਼ੁਬਾਨ ਬੰਦ ਕਰ ਦਿੰਦੇ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਐਦੀ ਦਾ ਮਨ ਨਿਰਮਲ ਹੋ ਗਿਆ। ਹਾਂਜੀ, ਸਤਿਗੁਰ ਸੋ ਖੁਲਾਏ ਪਠਵਾਇਓ। ਮਹਾਰਾਜ ਨੇ ਉਹ ਚਿੱਠੀ ਖੁਲਵਾਈ ਤੇ ਫਿਰ ਪੜਵਾਈ ਹੈ। ਹਾਂਜੀ, ਧਨ 2 ਲੱਖ ਸ਼ਾਹੋ ਮੰਗਵਾਇਓ। ਚਿੱਠੀ 'ਚ ਸਾਫ਼ ਲਿਖਿਆ ਸੀ, ਬਾਦਸ਼ਾਹ ਨੇ ਹੁਕਮ ਦਿੱਤਾ ਸੀ ਵੀ ਤੁਸੀਂ ਇੱਕ ਬਾਗੀ ਦੀ ਮਦਦ ਕੀਤੀ ਹੈ ਖੁਸਰੋ ਦੀ, ਜਿਸ ਨੂੰ ਪਨਾਹ ਦੇਣਾ ਦੇਸ਼ ਦੇ ਵਿਰੁੱਧ, ਸਰਕਾਰ ਦੇ ਵਿਰੁੱਧ ਬਹੁਤ ਵੱਡੀ ਸਾਜ਼ਿਸ਼ ਮੰਨੀ ਜਾਂਦੀ ਹੈ। ਤੁਸੀਂ ਉਸ ਬਾਗੀ ਨੂੰ, ਖੁਸਰੋ ਨੂੰ, ਸਾਡੇ ਸ਼ਹਿਜ਼ਾਦੇ ਨੂੰ ਆਪਣੇ ਕੋਲ ਰੱਖਿਆ, ਉਹਨੂੰ ਤੁਸੀਂ 5000 ਰੁਪਈਆ ਬਖਸ਼ਿਆ, ਲੰਗਰ ਛਕਾਇਆ। ਉਸ ਬਾਗੀ ਬੰਦੇ ਦੀ ਹੈਲਪ ਕਰਨ ਕਰਕੇ ਤੁਸੀਂ ਦੋਸ਼ੀ ਹੋ। ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਹੈ। ਤੁਸੀਂ ਇਹ 2 ਲੱਖ ਰੁਪਈਆ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਵਾਓ ਤੇ ਆਪ ਵੀ ਹਾਜ਼ਰ ਹੋਵੋ। ਸ੍ਰੀ ਅਰਜਨ ਸਗਰੀ ਵਿਦ ਜਾਨੀ। ਗੁਰੂ ਅਰਜਨ ਦੇਵ ਜੀ ਬਾਦਸ਼ਾਹ ਦਾ ਪਰਵਾਨਾ ਸੁਣ ਕੇ ਸਭ ਕੁਝ ਸਮਝ ਗਏ ਵੀ ਹੁਣ ਸਮਾਂ ਆ ਗਿਆ ਜਦੋਂ ਇਹ ਜ਼ੁਲਮ ਦੇ ਪਾਪ ਦੇ ਘੜੇ ਭੰਨਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇਣਾ ਪਵੇਗਾ। ਹਾਂਜੀ, ਤਜਨੀ ਕਾਇਆ ਆਪਣ ਪਛਾਨੀ। ਹੁਣ ਉਹ ਸਮਾਂ ਆ ਗਿਆ ਜਦੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਬਾਬਰ ਬਾਦਸ਼ਾਹ, ਇਹ ਤੈਨੂੰ 7 ਪੁਸਤਾਂ ਦਾ ਰਾਜ ਦੇ ਰਹੇ ਆ। ਜਿੰਨਾ ਚਿਰ ਤੁਹਾਡੀ ਪੁਸਤਾਂ, ਤੁਹਾਡੀਆਂ ਆਉਣ ਵਾਲੀਆਂ ਨਸਲਾਂ ਗੁਰੂ ਘਰ ਦਾ ਸਤਿਕਾਰ ਕਰਨਗੀਆਂ, ਉਹਨਾਂ ਚਿਰ ਤੁਹਾਡਾ ਰਾਜ ਕਾਇਮ ਰਹੇਗਾ। ਜਦੋਂ ਤੁਸੀਂ ਗੁਰੂ ਘਰ ਦੀ ਬੇਅਦਬੀ ਸ਼ੁਰੂ ਕਰੋਗੇ, ਤੁਹਾਡੇ ਦਿਨ ਪੁੱਠੇ ਸ਼ੁਰੂ ਹੋ ਜਾਣਗੇ। ਤਾਂ ਹੁਣ ਪਹਿਲੀ ਬੇਅਦਬੀ ਹੋਣੀ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਰਕੇ। ਉਸ ਤੋਂ ਬਾਅਦ ਫਿਰ 9ਵੇਂ ਪਾਤਸ਼ਾਹ ਦੀ ਸ਼ਹੀਦੀ, ਫਿਰ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਫਿਰ ਸਿੰਘਾਂ ਉੱਤੇ ਬੜੇ ਜ਼ੁਲਮ ਇਹਨਾਂ ਮੁਗਲਾਂ ਨੇ ਕੀਤੇ। ਹੌਲੇ ਹੌਲੇ ਮੁਗਲਾਂ ਦੀ ਜੜ 10ਵੇਂ ਪਾਤਸ਼ਾਹ ਨੇ ਪੁੱਟ ਦਿੱਤੀ। ਤਾਂ ਸ਼ੁਰੂਆਤ 5ਵੇਂ ਪਾਤਸ਼ਾਹ ਤੋਂ ਹੋਈ ਸ਼ਹੀਦੀਆਂ ਦੀ। ਮਹਾਰਾਜ ਕਹਿੰਦੇ ਹੁਣ ਸਮਾਂ ਆ ਗਿਆ ਕਿ ਇਹ ਸਰੀਰ 5 ਭੂਤਕ ਚੋਲਾ ਤਿਆਗੀਏ ਤੇ ਬਾਦਸ਼ਾਹ ਜਹਾਂਗੀਰ ਦੇ ਸਿਰ, ਇਹ ਮੁਗਲਾਂ ਦੇ ਸਿਰ ਭਾਜੀ ਪਾ ਦਈਏ। ਹਾਂਜੀ, ਹਰ ਕਾਨੇ ਕੋ ਪਾਪ ਸ਼ਰਾਪ ਚਿਤਾਰਾ। ਜੋ ਕਾਨੇ ਬ੍ਰਹਮ ਗਿਆਨੀ ਨੇ ਵੀ ਕਿਹਾ ਸੀ ਕਿ ਤੁਸੀਂ ਮੁਗਲਾਂ ਦੇ ਕੋਲ ਸ਼ਹੀਦੀ ਪਾਓਗੇ, ਉਹ ਬਚਨ ਵੀ ਪੂਰਾ ਹੋਣਾ ਹੈ। ਤਜਨ ਦੇਹ ਦੁਖ ਪਾਏ ਉਚਾਰਾ। ਕਸ਼ਟ ਪਾ ਕੇ ਸ਼ਹੀਦੀ ਪਾਉਣ ਦਾ ਬਚਨ ਹੋਇਆ ਹੈ। ਹਰ ਗੋਬਿੰਦ ਗੁਰ ਬੈਠੇ ਭਾਰੀ। ਮਹਾਰਾਜ 6ਵੇਂ ਪਾਤਸ਼ਾਹ ਮਹਾਬਲੀ ਯੋਧੇ ਸਤਿਗੁਰੂ ਬੈਠਣਗੇ ਗੱਦੀ ਦੇ ਉੱਤੇ। ਮਹਾਬਲੀ ਬੜ ਸ਼ਸਤਰਨ ਧਾਰੀ। ਜੋ ਬੜੇ ਮਹਾਬਲੀ ਯੋਧੇ ਹੋਣਗੇ, ਸ਼ਸਤਰ ਧਾਰੀ ਹੋਣਗੇ, ਮੀਰੀ ਪੀਰੀ ਦੇ ਮਾਲਕ ਹੋਣਗੇ। ਉਹਨਾਂ ਨੇ ਜ਼ਾਲਮਾਂ ਦੀਆਂ ਜੜ੍ਹਾਂ ਪੁੱਟਣੀਆਂ ਤੇਗ ਦੇ ਨਾਲ। ਸ਼ਾਂਤਮਈ 5 ਪਾਤਸ਼ਾਹੀਆਂ ਨੇ ਦਰਸ਼ਨ ਦਿੱਤੇ ਸੰਸਾਰ ਦੇ ਵਿੱਚ ਸ਼ਾਂਤੀ ਦੇ ਨਾਲ। ਹੁਣ ਸ਼ਾਂਤੀ ਦੇ ਨਾਲ ਕ੍ਰਾਂਤੀ ਵੀ ਜੋੜਨੀ ਪੈਣੀ ਹੈ। ਹੁਣ ਪੀਰੀ ਨਾਲ ਮੀਰੀ ਜੋੜਨੀ ਪੈਣੀ ਹੈ। ਹੁਣ ਭਗਤੀ ਨਾਲ ਸ਼ਕਤੀ ਜੋੜਨੀ ਪੈਣੀ ਹੈ। ਹਾਂਜੀ, ਸੋ ਸਭ ਬਦਲਾ ਲੇਗ ਹਮਾਰਾ। ਸਾਡਾ ਪੁੱਤਰ ਸਾਰੇ ਬਦਲੇ ਗਿਣ ਗਿਣ ਕੇ ਲੈ ਲਵੇਗਾ ਚੰਦੂ ਵਰਗਿਆਂ ਦੁਸ਼ਟਾਂ ਕੋਲੋਂ। ਭੂਤ ਭਵਿੱਖ ਭਲੇ ਨਿਰਧਾਰਾ। ਆਉਣ ਵਾਲੇ ਸਮੇਂ ਦੀਆਂ ਸਾਰੀਆਂ ਹੀ ਗੱਲਾਂ ਨੂੰ ਗੁਰੂ ਮਹਾਰਾਜ 5ਵੇਂ ਪਾਤਸ਼ਾਹ ਸੋਚ ਰਹੇ ਨੇ। ਇੱਕ ਦਿਵਸ ਅਹਦੀ ਕੋ ਰਾਖਿਓ। ਇੱਕ ਦਿਨ ਉਸ ਅਹਦੀ ਨੂੰ ਆਖਿਆ, ਭਾਈ ਤੂੰ ਸਾਡੇ ਕੋਲ ਹੀ ਰਹਿ, ਕੱਲ ਨੂੰ ਅਸੀਂ ਤੇਰੇ ਨਾਲ ਹੀ ਚੱਲਾਂਗੇ। ਭਈ ਪ੍ਰਾਤ ਤੇ ਸਤਿਗੁਰ ਭਾਖਿਓ। ਮਹਾਰਾਜ ਕਹਿੰਦੇ ਕੱਲ ਸਵੇਰ ਜਦੋਂ ਹੋਵੇਗੀ ਅਸੀਂ ਲਾਹੌਰ ਨੂੰ ਤੁਰ ਪਵਾਂਗੇ। ਹਮ ਲਾਹੌਰ ਆਪ ਹੈ ਚਲ ਜਾਹੈ। ਅਸੀਂ ਲਾਹੌਰ ਆਪੇ ਹੀ ਚਲੇ ਜਾਣਾ। ਤੁਸੀਂ ਸਾਡੇ ਤੋਂ ਪਹਿਲਾਂ ਜਾਣਾ, ਪਹਿਲੇ ਚਲੇ ਜਾਓ। ਸਾਡੇ ਨਾਲ ਜਾਣਾ, ਸਾਡੇ ਨਾਲ ਚਲੇ ਜਾਓ। ਕੱਲ ਨੂੰ ਅਸੀਂ ਲਾਹੌਰ ਨੂੰ ਚਾਲੇ ਪਾ ਦੇਣੇ ਨੇ। ਕਹੈ ਸ਼ਾਹੋ ਜੋ ਤਿਹਠਾ ਤੈ ਹੈ। ਜਿਹੜੀ ਗੱਲ ਬਾਦਸ਼ਾਹ ਕਹਿ ਰਿਹਾ ਵੀ 2 ਲੱਖ ਜੁਰਮਾਨਾ, ਉਹ ਅਸੀਂ ਬਾਦਸ਼ਾਹ ਨਾਲ ਆਪੇ ਗੱਲ ਕਰਾਂਗੇ।
ਅਸੀਂ ਬਾਦਸ਼ਾਹ ਦੀ ਕਚਹਿਰੀ 'ਚ ਜਾ ਕੇ ਬਾਦਸ਼ਾਹ ਨੂੰ ਸਮਝਾਵਾਂਗੇ ਸਾਰੀ ਗੱਲ। ਹਾਂਜੀ, ਇਸ ਪ੍ਰਕਾਰ ਕਹਿ ਅਹਦੀ ਤੋਰਿਓ। ਇਹ ਕਹਿ ਕੇ ਐਦੀ ਨੂੰ ਕਿਹਾ ਵੀ ਰਾਤ ਰਹਿ ਤੇ ਭਾਵੇਂ ਹੁਣ ਚਲਾ ਜਾ ਤੇ ਭਾਵੇਂ ਸਵੇਰੇ ਅਸੀਂ ਆਪੇ ਆ ਜਾਵਾਂਗੇ। ਐਦੀ ਨੂੰ ਗੁਰੂ ਜੀ ਨੇ ਵਿਦਾ ਕਰ ਦਿੱਤਾ। ਬੋਲਿਓ ਸੋ ਨਿਜ ਹਾਥਨ ਜੋਰਿਓ। ਐਦੀ ਕੋਈ ਚੰਗਾ ਬੰਦਾ ਸੀ, ਉਹ ਸਮਝਦਾ ਸੀ ਵੀ ਸਰਕਾਰ ਜਿਹੜੀ ਹੈ ਝੂਠੇ ਇਲਜ਼ਾਮ ਲਾ ਰਹੀ ਹੈ ਤੇ ਗੁਰੂ ਸਾਹਿਬ ਨੂੰ ਬਿਨਾਂ ਮਤਲਬ ਦੇ ਪਰੇਸ਼ਾਨ ਕਰਦੇ ਨੇ। ਉਸ ਐਦੀ ਨੇ ਹੱਥ ਜੋੜ ਕੇ ਮਹਾਰਾਜ ਨੂੰ ਸਾਰੀ ਗੱਲ ਦੱਸੀ। ਹਾਂਜੀ, ਜਿਮ ਚੰਦੂ ਨੇ ਮੋਹਿ ਪਠਾਇਓ। ਉਹ ਐਦੀ ਕਹਿਣ ਲੱਗਾ, ਮਹਾਰਾਜ ਗਰੀਬ ਨਵਾਜ, ਦੀਵਾਨ ਚੰਦੂ ਨੇ ਸਾਰੀ ਸਾਜ਼ਿਸ਼ ਕੀਤੀ ਹੈ ਤੁਹਾਡੇ ਖਿਲਾਫ ਤੇ ਮੈਨੂੰ ਵੀ ਉਸੇ ਨੇ ਭੇਜਿਆ ਹੈ ਤੇ ਮੈਨੂੰ ਬੜੇ ਕਰੜੇ ਬਚਨ ਕਹਿ ਕੇ ਭੇਜਿਆ ਸੀ ਜਿਹੜੇ ਮੈਂ ਤੁਹਾਡੇ ਸਾਹਮਣੇ ਕਹਿ ਨਹੀਂ ਸਕਿਆ। ਉਹਨੇ ਤਾਂ ਤੁਹਾਨੂੰ ਤਾੜਨਾ ਕਰਨ ਲਈ ਮੈਨੂੰ ਭੇਜਿਆ ਸੀ ਵੀ ਸਖਤ ਤਾੜਨਾ ਕਰਨੀ ਹੈ। ਗੁਰੂ ਅਰਜਨ ਦੇਵ ਜੀ ਨੂੰ ਡਰਾਉਣਾ ਹੈ ਵੱਧ ਤੋਂ ਵੱਧ। ਹਾਂਜੀ, ਖੋਟੇ ਬਾਕਨ ਕੋ ਸਿਖਰਾਇਓ। ਖੋਟੇ ਬਚਨ ਕੌੜੇ ਬਚਨ ਸਿਖਾ ਕੇ ਭੇਜਿਆ ਸੀ। ਸੋ ਮੁਝ ਤੇ ਕਿਮ ਨਹਿ ਬਨ ਆਵਹਾ। ਉਹ ਬਚਨ ਮੈਂ ਹੁਣ ਤੁਹਾਨੂੰ ਸਤਿਗੁਰੂ ਜੀ ਦੱਸ ਨਹੀਂ ਸਕਦਾ ਜਿਹੜੇ ਬਚਨ ਉਸ ਚੰਦੂ ਨੇ ਉਥੋਂ ਮੈਨੂੰ ਕਹਿ ਕੇ ਭੇਜਿਆ ਹੈ। ਤੁਮ ਦਰਸ਼ਨ ਤੇ ਕੋ ਮਤ ਨਿਸਾਵਹਿ। ਕਿਉਂਕਿ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਤੇ ਮੇਰੇ ਮਨ ਦੀ ਖੋਟੀ ਮਤ ਦੂਰ ਹੋ ਗਈ ਹੈ। ਮੈਂ ਜੋ ਉੱਥੇ ਸੋਚਿਆ ਸੀ ਜਾਂ ਸੁਣਿਆ ਸੀ ਉਹ ਕੁਝ ਹੋਰ ਸੀ, ਪਰ ਜੋ ਮੈਂ ਇੱਥੇ ਦੇਖਿਆ ਹੈ ਉਹ ਕੁਝ ਹੋਰ ਹੈ। ਇੱਥੇ ਤਾਂ ਬੜੇ ਮਹਾਂਪੁਰਸ਼ ਆਪ ਜੀ ਬੈਠੇ ਹੋ, ਤੁਹਾਡੀਆਂ ਸੰਗਤਾਂ ਕਿੰਨੇ ਪਿਆਰ ਵਾਲੀਆਂ ਨੇ। ਇਹ ਤਾਂ ਦੇਵਤਿਆਂ ਦੀ ਨਗਰੀ ਹੈ, ਇਹ ਤਾਂ ਸੱਚਖੰਡ ਹੈ। ਉੱਥੇ ਉਹ ਪਤਾ ਨਹੀਂ ਕਿੱਡੇ ਕਿੱਡੇ ਇਲਜ਼ਾਮ ਲਾਉਂਦੇ ਸੀ, ਕਿੱਡੇ ਕਿੱਡੇ ਦੂਸ਼ਣਬਾਜ਼ੀਆਂ ਕਰਦੇ ਸੀ ਗੁਰੂ ਘਰ ਦੇ ਖਿਲਾਫ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਤੇ ਮੇਰੇ ਭਾਗ ਜਾਗ ਪਏ ਨੇ। ਹਾਂਜੀ, ਆਪਣੋ ਸੇਵਕ ਮੋਹਿ ਪਛਾਨੋ। ਐਦੀ ਕਹਿੰਦਾ, ਮਹਾਰਾਜ ਮੈਨੂੰ ਆਪਣਾ ਸੇਵਕ ਸਮਝੋ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਹੁਣ ਸਰਕਾਰ ਜਿਹੜੀ ਹੈ ਤੁਹਾਡੇ ਵਿਰੋਧ 'ਚ ਹੋ ਗਈ ਹੈ ਤੇ ਤੁਸੀਂ ਆਪਣਾ ਬਚਾਅ ਰੱਖਿਆ ਜੇ। ਹਾਂਜੀ, ਬਰਾਬਰ ਕਹੋ ਤਥਾ ਅਬ ਮਾਨੋ। ਜੋ ਤੁਹਾਡਾ ਹੁਕਮ ਮੈਂ ਚਲਾ ਜਾਂਦਾ, ਤੁਸੀਂ ਆਪੇ ਆ ਜਾਣਾ। ਪੁਰਸ਼ੋਤਮ ਤੁਮ ਸਭ ਕੁਛ ਜਾਣੋ। ਤੁਸੀਂ ਪੁਰਸ਼ੋਤਮ ਮਰਜ਼ਾਦਾ ਦੇ ਪੂਰਨ ਹੋ, ਸਭ ਤੋਂ ਉੱਤਮ ਪੁਰਸ਼ ਮਹਾਂਪੁਰਸ਼ ਹੋ ਤੁਸੀਂ। ਤੋ ਦੀਵਾਨ ਦੁਸ਼ਟ ਪਹਿਚਾਨੋ। ਜਾਣੀ ਜਾਣੋ ਤੁਹਾਡੇ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ। ਪਰ ਗੁਰੂ ਜੀ ਚੰਦੂ ਦੀਵਾਨ ਤੁਹਾਡਾ ਬੜਾ ਵੱਡਾ ਵੈਰੀ ਹੈ, ਇਹ ਗੱਲ ਨਾ ਭੁੱਲਿਆ ਜੇ। ਚੰਦੂ ਬੜਾ ਦੁਸ਼ਟ ਹੈ, ਉਹ ਤੁਹਾਡੇ ਖਿਲਾਫ ਰੋਜ਼ ਸਾਜ਼ਿਸ਼ਾਂ ਘੜਦਾ ਰਿਹਾ ਤੇ ਹੁਣ ਉਹਦੀ ਗੱਲ ਕੁਝ ਬਣ ਵੀ ਗਈ ਹੈ। ਉਹਨੇ ਬਾਦਸ਼ਾਹ ਦੇ ਕੰਨਾਂ ਵਿੱਚ ਤੁਹਾਡੇ ਖਿਲਾਫ ਬੜਾ ਜ਼ਹਿਰ ਉਗਲਿਆ ਹੈ। ਹਾਂਜੀ, ਤਿਸ ਤੇ ਆਪ ਰਹੋ ਸਾਵਧਾਨਾ। ਸੋ ਮਹਾਰਾਜ ਜੀ ਤੁਸੀਂ ਚੰਦੂ ਤੋਂ ਬਚਾ ਰੱਖਿਆ ਜੇ, ਸਾਵਧਾਨ ਰਿਹਾ ਜੇ, ਹੁਸ਼ਿਆਰ ਰਿਹਾ ਜੇ। ਸਕਲ ਕੋ ਕਰਮ ਤਸੀ ਨੇ ਠਾਨਾ। ਇਹ ਜਿਹੜੀ ਸਾਜ਼ਿਸ਼ ਤੁਹਾਡੇ ਖਿਲਾਫ ਹੁਣ ਬਣੀ ਹੈ, ਤੁਹਾਡੇ ਤੇ ਜਿਹੜਾ ਇਲਜ਼ਾਮ ਲਾ ਰਹੇ ਨੇ, ਇਹ ਚੰਦੂ ਨੇ ਹੀ ਸਾਰਾ ਕੁਝ ਕੀਤਾ। ਇਹ ਚੰਦੂ ਦਾ ਹੀ ਕਰਿਆ ਧਰਿਆ ਸਾਰਾ ਕੁਝ। ਹਾਂਜੀ, ਐਦੀ ਤੇ ਸੁਣ ਕੀਨ ਪਸਾਓ। ਉਸ ਵਿਚਾਰੇ ਐਦੀ ਦੀ ਇਹ ਬੇਨਤੀ ਸੁਣ ਕੇ, ਉਹਦੀ ਇਹ ਭਾਵਨਾ ਭਰੀ ਅਰਦਾਸ ਸੁਣ ਕੇ ਸਤਿਗੁਰੂ ਉਹਦੇ ਤੇ ਬੜੇ ਖੁਸ਼ ਹੋਏ। ਉਹਨੂੰ ਮਿਹਰਾਂ ਦੀ ਦ੍ਰਿਸ਼ਟੀ ਨਾਲ ਤੱਕਿਆ, ਨਿਹਾਲ ਕਰ ਦਿੱਤਾ। ਹਾਂਜੀ, ਸਤਿਗੁਰ ਦੇਤ ਭਏ ਸਿਰ ਪਾਓ। ਮਹਾਰਾਜ ਨੇ ਆਪਣੇ ਖਜ਼ਾਨੇ 'ਚ ਸਰੋਪਾ ਮੰਗਾ ਕੇ ਐਦੀ ਨੂੰ ਸਰੋਪਾ ਦਿੱਤਾ। ਹਾਂਜੀ, ਬੁਰਾ ਜੋ ਹੋਏ ਆਪ ਗਰਜੈ ਹੈ। ਮਹਾਰਾਜ ਉਸ ਐਦੀ ਨੂੰ ਕਹਿੰਦੇ ਨੇ, ਭਾਈ ਗੁਰਮੁਖਾ, ਇਹ ਗੁਰੂ ਨਾਨਕ ਦਾ ਘਰ ਸ਼ੀਸ਼ੇ ਦੀ ਤਰ੍ਹਾਂ ਹੈ। ਜਿਹੋ ਜਿਹਾ ਮੂੰਹ ਲੈ ਕੇ ਕੋਈ ਆਵੇ ਨਾ ਇੱਥੇ, ਉਹੋ ਜਿਹਾ ਹੀ ਨਜ਼ਰ ਆਉਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸ਼ੀਸ਼ੇ ਦੇ ਸਾਹਮਣੇ ਸਾਧ ਸੰਗਤ ਜੀ ਮੁਖ ਉਜਲਾ ਲੈ ਕੇ ਜਾਵਾਂਗੇ, ਉਜਲਾ ਦਿਸੇਗਾ। ਜੇ ਮੁਖ ਨੂੰ ਕਾਲਖ ਲਾ ਕੇ ਜਾਵਾਂਗੇ ਤੇ ਮੂੰਹ ਕਾਲਾ ਦਿਸੇਗਾ। ਗੁਰੂ ਘਰ ਦੇ ਵਿੱਚ ਵੀ ਜਿੱਦਾਂ ਦੀ ਕੋਈ ਭਾਵਨਾ ਲੈ ਕੇ ਆਏਗਾ, ਉਹੋ ਜਿਹੀ ਉਹਦੀ ਭਾਵਨਾ ਪੂਰੀ ਹੋ ਜਾਏਗੀ। ਸ਼ਰਧਾ ਲੈ ਕੇ ਆਏਗਾ ਤੇ ਸ਼ਰਧਾ ਪੂਰੀ ਹੋਏਗੀ।
ਜੇ ਵੈਰ ਭਾਵਨਾ ਦੁਸ਼ਮਣੀ ਲੈ ਕੇ ਆਏਗਾ, ਕੋਈ ਗੁਰੂ ਘਰ ਦਾ ਬੁਰਾ ਸੋਚ ਕੇ ਆਏਗਾ, ਤੇ ਬਸ ਉਹ ਵੀ ਆਪਣੀ ਕਰਨੀ ਦਾ ਫਲ ਪਾ ਲਏਗਾ। ਮਹਾਰਾਜ ਕਹਿੰਦੇ ਬੁਰਾ ਜਿਹੜਾ ਹੋਏਗਾ ਨਾ ਆਪੇ ਹੀ ਗਲ ਜਾਏਗਾ। ਹਾਂਜੀ, ਮੂਰਖ ਆਪਣੋ ਕੀਤਾ ਪਹਿ। ਮੂਰਖ ਲੋਕ ਆਪਣਾ ਕੀਤਾ ਪਾਉਂਦੇ ਆ। ਇਹ ਜੁਗਾਂ ਜੁਗਾਂ ਤੋਂ ਚੱਲੀ ਆ ਰਹੀ ਹੈ। ਕਾਲ ਪੁਰਖ ਦੀ ਵਾਹਿਗੁਰੂ ਦੀ ਖੇਡ ਹੈ। ਜਿਹੜੇ ਸੰਤਾਂ ਭਗਤਾਂ ਦੇ ਵੈਰੀ ਹੁੰਦੇ, ਦੁਖੀ ਹੁੰਦੇ ਨੇ, ਈਰਖਾਲੂ ਹੁੰਦੇ ਨੇ, ਉਹ ਮਹਾਰਾਜ ਪਰਮੇਸ਼ਰ ਆਪੇ ਮਾਰ ਦਿੰਦਾ ਉਹਨਾਂ ਨੂੰ। ਪਰਮੇਸ਼ਰ ਆਪ ਹੀ ਉਹਨਾਂ ਦੇ ਕਰਮਾਂ ਦੀ ਸਜ਼ਾ ਦਿੰਦਾ ਉਹਨਾਂ ਨੂੰ। ਹਾਂਜੀ, ਰੁਖ ਸਦ ਹੋਏ ਅਹਦੀ ਚਲ ਗਇਓ। ਸਾਧ ਸੰਗਤ ਜੀ, ਐਦੀ ਨੂੰ ਮਹਾਰਾਜ ਨੇ ਵਿਦਾ ਕਰ ਦਿੱਤਾ। ਐਦੀ ਮਹਾਰਾਜ ਤੋਂ ਰੁਖਸਤ ਹੋ ਕੇ ਵਿਦਾ ਹੋ ਕੇ ਲਾਹੌਰ ਚਲਾ ਗਿਆ। ਚੰਦੂ ਸੰਗ ਕਹਿਤ ਇਮ ਭਇਓ। ਜਾ ਕੇ ਦੀਵਾਨ ਚੰਦੂ ਨੂੰ ਕਹਿਣ ਲੱਗਾ, ਮੁਝ ਕੋ ਕਹਿਓ ਆਪ ਹਮ ਆਵੈ। ਕਿ ਦੀਵਾਨ ਜੀ, ਮੈਂ ਗਿਆ ਸੀ ਗੁਰੂ ਅਰਜਨ ਦੇਵ ਨਾਲ ਮੇਰੀ ਮੁਲਾਕਾਤ ਹੋਈ ਹੈ। ਉਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਸਰਕਾਰ ਬੁਲਾ ਰਹੀ ਹੈ, ਚਲੋ। ਉਹ ਕਹਿੰਦੇ ਅਸੀਂ ਆਪੇ ਆ ਜਾਵਾਂਗੇ। ਕਹਿ ਸ਼ਾਹੋ ਸੋ ਤਹਾਂ ਦਿਵਾਵੈ। ਪੈਸਿਆਂ ਵਾਲੀ ਗੱਲ ਵੀ ਮੈਂ ਕਹੀ ਸੀ ਵੀ 2 ਲੱਖ ਜੁਰਮਾਨੇ ਦੇ ਵੀ ਦੇ ਦਿਓ। ਉਹ ਕਹਿੰਦੇ ਇਹ ਵੀ ਅਸੀਂ ਬਾਦਸ਼ਾਹ ਨਾਲ ਗੱਲ ਕਰਕੇ ਦਿਆਂਗੇ, ਏਦਾਂ ਨਹੀਂ, ਅਸੀਂ ਪਹਿਲਾਂ ਬਾਦਸ਼ਾਹ ਨੂੰ ਮਿਲਾਂਗੇ ਤੇ ਫਿਰ ਅਗਲੀ ਗੱਲ ਕਰਾਂਗੇ। ਹਾਂਜੀ, ਸੁਣ ਖੁਨਸਿਓ ਦਮਨਿਓ ਟਿਗ ਸ਼ਾਹੂ। ਸੁਣ ਕੇ ਚੰਦੂ ਨੂੰ ਹੋਰ ਅੱਗ ਲੱਗੀ, ਬੜੀ ਖੁਣਸ ਖਾਧੀ ਵੀ ਹੈ ਸਾਡੇ ਕਹੇ ਦੀ ਪਰਵਾਹ ਹੀ ਕੋਈ ਨਹੀਂ। ਹੁਣੇ ਕਿਉਂ ਨਹੀਂ ਆਏ? ਇਸੇ ਵੇਲੇ ਨਾਲ ਲੈ ਕੇ ਆਉਣਾ ਸੀ। ਇਹਦੀ ਨਾਲ ਵੀ ਤੱਤਾ ਹੋਇਆ ਥੋੜਾ ਜਿਹਾ ਵੀ ਤੂੰ ਨਾਲ ਕਿਉਂ ਨਹੀਂ ਲੈ ਕੇ ਆਇਆ, ਉਹਨਾਂ ਨੂੰ ਉੱਥੇ ਕਿਉਂ ਛੱਡ ਆਇਆ? ਉਹ ਕਹਿਣ ਲੱਗਾ ਜੀ, ਉਹ ਕਹਿੰਦੇ ਅਸੀਂ ਸਵੇਰੇ ਆ ਜਾਵਾਂਗੇ, ਮੈਂ ਤਾਂ ਆ ਗਿਆ। ਫਿਰ ਚੰਦੂ ਸੜਿਆ ਬੜਿਆ ਬਾਦਸ਼ਾਹ ਦੀ ਕਚਹਿਰੀ ਵੱਲ ਤੁਰ ਪਿਆ। ਹਾਂਜੀ, ਕਰੀ ਅਰਜ਼ ਹੋਇ ਕਰ ਤਬ ਪਾਹੂ। ਬਾਦਸ਼ਾਹ ਦੀ ਕਚਹਿਰੀ ਜਾ ਕੇ ਬਾਦਸ਼ਾਹ ਦੇ ਕੋਲ ਜਾ ਕੇ ਅਰਜ਼ ਕੀਤੀ ਹੈ। ਸ਼੍ਰੀ ਅਰਜਨ ਧਨ ਕੁਛ ਦੀਨੋ। ਬਾਦਸ਼ਾਹ ਨੂੰ ਅਰਜ਼ ਕੀਤੀ, ਦੇਖੋ ਬਾਦਸ਼ਾਹ ਸਲਾਮਤ, ਗੁਰੂ ਅਰਜਨ ਦੇਵ ਤੁਹਾਡੀ ਕੋਈ ਪਰਵਾਹ ਨਹੀਂ ਕਰਦਾ। ਉਹਨਾਂ ਨੇ ਕੋਈ ਪੈਸਾ 2 ਲੱਖ ਰੁਪਈਏ ਚੋਂ 1 ਰੁਪਈਆ ਵੀ ਨਹੀਂ ਭੇਜਿਆ। ਹਾਂਜੀ, ਇਹਦੀ ਆਵਨ ਇਹਦੀ ਸੰਗ ਨ ਆਵਨ ਕੀਨੋ। ਜਿਹੜਾ ਇਹਦੀ ਤੁਸੀਂ ਭੇਜਿਆ ਸੀ, ਪਰਵਾਨਾ ਤੁਸੀਂ ਭੇਜਿਆ ਸੀ, ਉਹ ਪਰਵਾਨੇ ਦੀ ਕੋਈ ਪਰਵਾਹ ਨਹੀਂ ਹੋਈ। ਗੁਰੂ ਅਰਜਨ ਦੇਵ ਨਾਲ ਨਹੀਂ ਆਏ ਚੱਲ ਕੇ, ਇਹਦੀ ਦੇ ਜੁਰਮਾਨੇ ਦਾ ਵੀ ਕੋਈ ਪੈਸਾ ਨਹੀਂ ਭਰਿਆ। ਨਹੀਂ ਤਰਾਸ਼ ਕੁਛ ਕਰਹਿ ਤੁਮਾਰੋ। ਦੇਖੋ ਬਾਦਸ਼ਾਹ, ਗੁਰੂ ਅਰਜਨ ਦੇਵ ਤੁਹਾਡਾ ਕੋਈ ਡਰ ਨਹੀਂ ਮੰਨਦੇ। ਹੁਕਮ ਅਦੂਲੀ ਗੁਨਹ ਵਿਚਾਰੋ। ਇਹ ਹੁਕਮ ਅਦੂਲੀ ਦਾ ਦੋਸ਼ ਹੈ ਵੱਡਾ। ਦੂਸਰਾ, ਪਹਿਲੇ ਜਿਹੜੇ ਕੇਸ ਚੱਲ ਰਹੇ ਨੇ ਉਹ ਵੱਖਰੇ ਨੇ, ਆ ਇੱਕ ਨਵਾਂ ਕੇਸ ਉਹਨਾਂ ਤੇ ਬਣਦਾ ਹੈ, ਇੱਕ ਨਵਾਂ ਮੁਕੱਦਮਾ ਉਹਨਾਂ ਤੇ ਹੋਰ ਬਣਦਾ ਵੀ ਉਹਨਾਂ ਨੇ ਤੁਹਾਡੇ ਹੁਕਮ ਦੀ ਅਦੂਲੀ ਕੀਤੀ ਹੈ, ਲਾਪਰਵਾਹੀ ਕੀਤੀ ਹੈ, ਤੁਹਾਡੇ ਹੁਕਮ ਨੂੰ ਮੰਨਿਆ ਨਹੀਂ। ਹਾਂਜੀ, ਸ਼ਾਹੂ ਕਹਿਓ ਕੋ ਦਿਨ ਕਰ ਮੌਨ। ਬਾਦਸ਼ਾਹ ਜਹਾਂਗੀਰ ਚੰਦੂ ਦੀ ਗੱਲ ਸੁਣ ਕੇ ਕਹਿਣ ਲੱਗਾ, ਦੇਖੋ ਦੀਵਾਨ ਜੀ, ਇਹਨੇ ਕਾਲੇ ਨਾ ਪਾਓ, ਕੁਝ ਦਿਨ ਚੁੱਪ ਕਰ ਜਾਓ। ਮਹਿ ਨ ਪਠਾਵੋ ਮਾਨਵ ਕੌਣ। ਸੋ ਕੋਈ ਬੰਦਾ ਨਾ ਭੇਜੋ ਤੇ ਨਾ ਆਪ ਜਾਓ, ਆਪੇ ਹੀ ਗੁਰੂ ਅਰਜਨ ਦੇਵ ਆਉਣਗੇ। ਜੇ ਨਹਿ ਆਵਹਿ ਤਹਿ ਟਿਕ ਰਹਿ। ਜੇ 2-4 ਦਿਨ ਚ ਨਹੀਂ ਆਉਂਦੇ ਫਿਰ ਆਪਾਂ ਕੋਈ ਕਾਰਵਾਈ ਕਰ ਲਾਂਗੇ। ਇੱਕਦਮ ਕਾਲੇ ਨਾ ਪਾਓ ਤੁਸੀਂ, ਇਹਦੇ ਚ ਆਪਣੀ ਵੀ ਬੇਇੱਜ਼ਤੀ ਹੁੰਦੀ ਹੈ, ਸਰਕਾਰ ਦੀ ਬਦਨਾਮੀ ਹੁੰਦੀ ਹੈ ਵੀ ਇਹਨਾਂ ਨੇ ਬੜੀ ਛੇਤੀ ਨਾਲ ਗੁਰੂ ਅਰਜਨ ਦੇਵ ਨੂੰ ਬੁਲਾ ਲਿਆ। ਹਾਂਜੀ, ਪੁਨ ਤਿਉ ਕਰਹਿ ਜਥਾ ਤੂੰ ਕਹਿ। ਸੋ 2-4 ਦਿਨ ਹੋਰ ਦੇਖੋ, ਜੇ ਗੁਰੂ ਅਰਜਨ ਦੇਵ 2-4 ਦਿਨ ਚ ਇੱਥੇ ਨਹੀਂ ਆਉਂਦੇ ਫਿਰ ਜਿਵੇਂ ਤੂੰ ਕਹੇਗਾ ਉਵੇਂ ਕਰ ਲਾਂਗੇ। ਹਾਂਜੀ, ਸ੍ਰੀ ਅਰਜਨ ਸਭ ਕੁਛ ਜਾਣਾ। ਇਧਰ ਜਾਣੀ ਜਾਣ ਅੰਤਰਜਾਮੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਭ ਕੁਝ ਜਾਣਗੇ। ਹਾਂਜੀ, ਹੋਣਹਾਰ ਬਿਰਤੰਤ ਮਹਾਨਾ। ਜਿਹੜੀ ਹੋਣੀ ਸੀ, ਜੋ ਭਾਣਾ ਵਰਤਣਾ ਸੀ, ਜਿਹੜੀ ਮਹਾਰਾਜ ਤੇ ਸ਼ਹੀਦੀ ਦਾ ਵਰਤਾਰਾ ਵਰਤਾਣਾ ਸੀ,
ਉਹਦੀ ਸਾਰੀ ਵਿਧ ਸਤਿਗੁਰੂ ਜਾਣ ਗਏ। ਸ੍ਰੀ ਗੁਰੂ ਗ੍ਰੰਥ ਥਿਰਹਿ ਜਹ ਰੈਣ। ਸ਼ਾਮ ਪੈ ਗਈ, ਰਹਿ ਰਾਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਹੋਇਆ। ਰਾਤ ਨੂੰ ਗੁਰੂ ਗ੍ਰੰਥ ਸਾਹਿਬ ਕੋਠੇ ਦੇ ਵਿੱਚ, ਕੋਠਾ ਸਾਹਿਬ ਜਿੱਥੇ ਅੱਜ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਹੈ ਨਾ, ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਇੱਕ ਗੁਰਦੁਆਰਾ ਹੋਰ ਹੈ ਜਿਹਨੂੰ ਕੋਠਾ ਸਾਹਿਬ ਕਹਿੰਦੇ ਹਨ। ਕੋਠਾ ਸਾਹਿਬ ਉਹ ਜਗ੍ਹਾ ਹੈ ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਹੁੰਦਾ ਹੈ। ਇਹ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਇਹਦਾ ਨਾਮ ਕੋਠਾ ਸਾਹਿਬ ਹੈ। ਕੋਠਾ ਸਾਹਿਬ ਦੇ ਵਿੱਚ ਪਹਿਲਾਂ ਗੁਰੂ ਅਰਜਨ ਦੇਵ ਜੀ ਰਿਹਾ ਕਰਦੇ ਸਨ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਹੋ ਗਏ ਤੇ ਉਹਦੇ ਵਿੱਚ ਮਹਾਰਾਜ ਦਾ ਪਲੰਘਾ, ਉਹਦੇ ਤੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਥੱਲੇ ਜ਼ਮੀਨ ਤੇ ਲੇਟ ਬਿਰਾਜਿਆ ਕਰਦੇ ਸਨ। ਰਾਤ ਨੂੰ ਗੁਰੂ ਜੀ ਉਸ ਕੋਠੜੀ ਵਿੱਚ, ਕੋਠੇ ਸਾਹਿਬ ਵਿੱਚ ਬਿਰਾਜੇ ਹਨ। ਤਿਸ ਥਲ ਬੈਠੇ ਜਿਨ ਕਹਿ ਭੈ ਨਾ। ਜਿਨ੍ਹਾਂ ਨੂੰ ਕੋਈ ਭੈ ਨਹੀਂ, ਕੋਈ ਡਰ ਨਹੀਂ, ਕੋਈ ਖੌਫ ਨਹੀਂ। ਬ੍ਰਹਮ ਗਿਆਨੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਉਸ ਕੋਠਾ ਸਾਹਿਬ ਦੇ ਅੰਦਰ ਬੈਠੇ ਹੋਏ ਨੇ। ਬ੍ਰਿਧ ਆਪਨੇ ਨਿਕਟ ਹਕਾਰਾ। ਰਾਤ ਨੂੰ ਬਾਬਾ ਬੁੱਢਾ ਜੀ ਨੂੰ ਆਪਣੇ ਕੋਲ ਸੱਦਿਆ ਹੈ। ਸਾਦਰ ਭਾਖਤ ਤਹਿ ਬਿਰ ਬੈਠਾਰਾ। ਜਦੋਂ ਬਾਬਾ ਬੁੱਢਾ ਜੀ ਆਏ ਤੇ ਗੁਰੂ ਅਰਜਨ ਦੇਵ ਜੀ ਨੇ ਬੜੇ ਸਨਮਾਨ ਨਾਲ ਉਹਨਾਂ ਨੂੰ ਬਿਠਾਇਆ। ਪੁਨ ਸ੍ਰੀ ਹਰਿ ਗੋਬਿੰਦ ਬੁਲਾਏ। ਫਿਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬੁਲਾ ਲਿਆ। ਯੁਤ ਗੁਰਦਾਸ ਤਹਾਂ ਚਲ ਆਏ। ਭਾਈ ਗੁਰਦਾਸ ਜੀ ਵੀ ਆ ਗਏ ਨਾਲ। ਕਰੇ ਪ੍ਰੇਮ ਕੋ ਨਿਕਟ ਬਿਠਾਏ। ਹੋਰ ਸਾਰੇ ਪੁਰਾਣੇ ਸਿੱਖ ਗੁਰੂ ਘਰ ਦੇ ਮੁਖੀਏ ਬੁਲਾ ਲਏ, ਸਾਰਿਆਂ ਨੂੰ ਕੋਲ ਬਿਠਾ ਲਿਆ ਕੋਠੇ ਸਾਹਿਬ ਵਿੱਚ। ਆਪ ਸਮਰੱਥ ਹੋਏ ਬਲ ਪਾਏ। ਤੇ ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ, ਸ੍ਰੀ ਹਰਿਗੋਬਿੰਦ ਜੀ ਹੁਣ ਹਰ ਤਰ੍ਹਾਂ ਨਾਲ ਸਮਰੱਥ ਨੇ, ਇਹ ਤਗੜੇ ਹੋ ਰਹੇ ਨੇ, ਬਲੀ ਹੋ ਰਹੇ ਨੇ। ਤੋ ਬੁੱਢਾ ਸ੍ਰੀ ਹਰਿਗੋਬਿੰਦ। ਬਾਬਾ ਬੁੱਢਾ ਜੀ ਤੁਸੀਂ ਦੱਸੋ, ਸ੍ਰੀ ਹਰਿਗੋਬਿੰਦ ਜੀ ਹੁਣ ਸਾਰੀ ਜ਼ਿੰਮੇਵਾਰੀ ਸੰਭਾਲ ਲੈਣਗੇ? ਹਾਂਜੀ। ਅਬ ਸੁਚੇਤ ਭੇ ਬਲੀ ਬਿਲੰਦ। ਇਹ ਹੁਣ ਹਰ ਤਰ੍ਹਾਂ ਨਾਲ ਸੁਚੇਤ ਹੋ ਗਏ ਨੇ, ਬਲੀ ਹੋ ਗਏ ਨੇ। ਹਾਂਜੀ। ਗੁਰਤਾ ਗਾਦੀ ਬੈਠਨ ਜੋਗ। ਇਹ ਗੁਰਤਾ ਗੱਦੀ ਤੇ ਬਹਿਣ ਦੇ ਯੋਗ ਹੋ ਗਏ ਨੇ। ਦਹਿ ਦੁਸ਼ਟਨ ਕੇ ਘਰ ਸੋਗ। ਇਹ ਦੁਸ਼ਟਾਂ ਦਾ ਨਾਸ਼ ਕਰਨ ਦੇ ਲਈ ਸਮਰੱਥ ਹੋ ਗਏ ਨੇ। ਹਾਂਜੀ। ਬ੍ਰਿਧ ਨੇ ਭਾਖਿਓ ਜੋਤ ਤੁਮਾਰੀ। ਤੇ ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ ਜੀ, ਇਹ ਤੁਹਾਡੀ ਜੋਤ ਨੇ, ਤੁਹਾਡੇ ਵਿੱਚ ਇਹਨਾਂ ਦੀ ਜੋਤ ਹੈ। ਇਹ ਫਿਰ ਕਿਉਂ ਨਹੀਂ ਬਲੀ ਹੋਣਗੇ? ਤੁਹਾਡੀ ਜੋਤ ਜੋ ਹੈ। ਹਾਂਜੀ। ਹੋਏ ਵੀਰ ਬੜ ਆਯੁਧ ਧਾਰੀ। ਇਹ ਬੜੇ ਵੀਰ ਬਲੀ ਯੋਧੇ ਸ਼ਸਤਰ ਧਾਰੀ ਸੂਰਮੇ ਹੋਣਗੇ। ਹਾਂਜੀ। ਛਤਰੀ ਕੁਲ ਤੇ ਯੁੱਧ ਹਟਿਓ ਹੈ। ਮਹਾਰਾਜ ਛਤਰੀਆਂ ਦੀ ਜਿਹੜੀ ਕੁਲ ਹੈ ਨਾ, ਛਤਰੀਆਂ ਦੀ, ਇਹਦੇ ਵਿੱਚ ਯੁੱਧ ਹਟ ਗਿਆ ਸੀਗਾ। ਸਾਸ ਜਿਹੜੀ ਖੱਤਰੀ ਬਰਾਦਰੀ ਹੈ, ਪਹਿਲਾਂ ਇਹਦਾ ਨਾਮ ਖੱਤਰੀ ਸੀ। ਇਹ ਜਿਹੜੇ ਖੱਤਰੀ ਹਨ ਇਹ ਰਾਜੇ ਹੁੰਦੇ ਸੀ ਤੇ ਜੰਗ ਕਰਿਆ ਕਰਦੇ ਸੀ। ਇਹ ਤਾਂ 10ਵੀਂ ਸਦੀ ਦੇ ਵਿੱਚ, ਅੱਜ ਤੋਂ ਕੋਈ 1200 ਸਾਲ ਪਹਿਲਾਂ ਇਹਨਾਂ ਦਾ ਰਾਜ ਮੁਸਲਮਾਨਾਂ ਨੇ ਖੋਹ ਲਿਆ। ਮੁਹੰਮਦ ਗੋਰੀ, ਗਜ਼ਨਵੀ, ਇਹ ਜਿਹੜੇ ਆਏ ਨਾ 10ਵੀਂ ਸਦੀ ਦੇ ਵਿੱਚ, ਉਹਨਾਂ ਨੇ ਖੱਤਰੀਆਂ ਦਾ ਰਾਜ ਖੋਹ ਲਿਆ। ਤੇ ਖੱਤਰੀ ਫਿਰ ਰਾਜ ਛੱਡ ਕੇ ਜਾਂ ਖੇਤੀ ਕਰਨ ਲੱਗ ਪਏ ਤੇ ਜਾਂ ਫਿਰ ਦੁਕਾਨਦਾਰੀ ਕਰਨ ਲੱਗ ਪਏ। ਦੁਕਾਨਾਂ ਦੇ ਵਿੱਚ ਬਾਣੀਆਂ ਵਰਗੇ ਬਣ ਗਏ। ਪਹਿਲਾਂ ਨਹੀਂ ਸੀ ਇਹ ਦੁਕਾਨਦਾਰ, ਪਹਿਲਾਂ ਇਹ ਫੌਜੀ ਹੁੰਦੇ ਸੀ, ਲੜਾਕੇ ਹੁੰਦੇ ਸੀ, ਸ਼ਸਤਰਧਾਰੀ ਸੀ। ਬਾਬਾ ਬੁੱਢਾ ਜੀ ਕਹਿੰਦੇ ਵੀ ਖੱਤਰੀਆਂ ਦੀ ਕੁਲ ਵਿੱਚੋਂ ਯੁੱਧ ਕਰਨਾ ਹਟ ਗਿਆ ਸੀਗਾ। ਹਾਂਜੀ। ਰਾਜ ਤੇਜ ਕੋ ਸਕਲ ਘਟਿਓ ਹੈ। ਕਿਉਂਕਿ ਰਾਜ ਮੁਸਲਮਾਨਾਂ ਨੇ ਖੋਹ ਲਿਆ ਸੀ। 500-600 ਸਾਲ ਤੋਂ ਗੁਲਾਮੀ ਸਹਿੰਦੇ ਆ ਰਹੇ ਸੀ। ਇਸ ਕਰਕੇ ਰਾਜ ਤੇਜ ਵਾਲੀ ਬਿਰਤੀ ਖਤਮ ਹੋ ਗਈ ਸੀ। ਭਏ ਮਲੇਸ਼ ਸ਼ਸਤਰ ਬੜ ਧਾਰੀ। ਤੇ ਮਲੇਸ਼ਾਂ ਨੇ, ਤੁਰਕਾਂ ਨੇ ਰਾਜ ਖੋਹ ਲਿਆ ਸ਼ਸਤਰਾਂ ਦੇ ਬਲ ਨਾਲ। ਜਿਹਦੇ ਕੋਲ ਸ਼ਸਤਰ ਹੋਣਗੇ ਉਹਦੇ ਕੋਲ ਰਾਜ ਹੋਏਗਾ। ਤਾਕਤ ਸਾਰੀ ਸ਼ਸਤਰਾਂ ਦੀ ਹੈ ਨਾ, ਸ਼ਸਤਰਨ ਕੇ ਅਧੀਨ ਹੈ ਰਾਜ। ਪਹਿਲਾਂ ਜਿਹੜੇ ਖੱਤਰੀ ਹੋਏ, ਸ੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ, ਹੋਰ ਜਿਹੜੇ ਯੋਧੇ ਹੋਏ ਉਹ ਸ਼ਸਤਰਧਾਰੀ ਹੋਏ, ਕੇਸਾਧਾਰੀ ਵੀ ਹੋਏ। ਪਹਿਲਾਂ ਖੱਤਰੀ ਨਾ ਦਾ ਕੇਸ ਮਨਾਉਂਦੇ ਸੀ ਤੇ ਨਾ ਦਾੜੀ ਮਨਾਉਂਦੇ ਸੀ ਤੇ ਨਾ ਹੀ ਸਾਧ ਸੰਗਤ ਜੀ ਸ਼ਸਤਰ ਛੱਡਦੇ ਸੀ। ਇਹ ਤਾਂ ਹੌਲੇ 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 ਸਾਰੀ ਮਰਜ਼ਾਦਾ ਖਤਮ ਕਰਤੀ। ਹਿੰਦੂ
ਕੇਸਾਧਾਰੀ ਸੀਗੇ ਪਹਿਲਾਂ, ਕੇਸ ਕਟਾ ਤੇ ਮੂਨੇ ਹੋ ਗਏ। ਜਦੋਂ ਕੇਸ ਕਟਾ ਦੇ ਸ਼ਕਤੀ ਖਤਮ ਹੋ ਜਾਂਦੀ, ਤਾਕਤ ਘਟ ਜਾਂਦੀ, ਆਤਮਾ ਦਾ ਬਲ ਘਟ ਜਾਂਦਾ, ਤੇ ਸ਼ਸਤਰ ਵੀ ਛੱਡ ਦਿੱਤੇ, ਤਕੜੀ ਤੋਲਣ ਵਾਲੇ ਬਣ ਗਏ। ਮੁਗਲਾਂ ਨੇ ਆ ਕੇ, ਉਹਨਾਂ ਕੋਲ ਸ਼ਸਤਰ ਸੀ, ਉਹਨਾਂ ਨੇ ਤਲਵਾਰਾਂ ਨਾਲ, ਤੋਪਾਂ ਨਾਲ ਕਬਜ਼ਾ ਕਰ ਲਿਆ ਰਾਜ ਦੇ ਉੱਤੇ। ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਕਹਿ ਰਹੇ ਨੇ ਕਿ ਇਹ ਜਿਹੜੇ ਗੁਰੂ ਹੋਣਗੇ ਇਹ ਸ਼ਸਤਰਧਾਰੀ ਹੋਣਗੇ। ਕਰਹਿ ਰਾਜ ਬੜ ਅਬਨੀ ਸਾਰੀ, ਮੁਗਲ ਜਿਹੜੇ ਨੇ ਉਹ ਹੁਣ ਧਰਤੀ ਸਾਰੀ ਦਾ ਰਾਜ ਕਰਦੇ ਨੇ। ਛਤਰੀ ਧਰਮ ਦੁਰਿਓ ਨਹਿ ਭਾਸੈ, ਛਤਰੀਆਂ ਦਾ ਧਰਮ ਲੋਪ ਹੋ ਗਿਆ, ਨਜ਼ਰ ਨਹੀਂ ਆਉਂਦਾ। ਸੂਰਮੇ ਜਿਹੜੇ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ ਉਹ ਹੁਣ ਖਤਮ ਹੋ ਗਏ ਨੇ। ਤਖਤ ਬੈਠ ਆਵ ਦੇਹੀ ਪ੍ਰਕਾਸ਼ੈ, ਹੁਣ ਇਹ ਜਿਹੜੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤਖਤ ਤੇ ਬੈਠ ਕੇ ਛਤਰੀ ਧਰਮ ਨੂੰ ਫਿਰ ਉਭਾਰਨਗੇ। ਇਹ ਉਸੇ ਤਰ੍ਹਾਂ ਤੇਗਾਂ ਮੀਰੀ ਪੀਰੀ ਦੀਆਂ ਪਾਣਗੇ, ਘੋੜੇ ਰੱਖਣਗੇ, ਫੌਜਾਂ ਰੱਖਣਗੇ, ਸ਼ਿਕਾਰ ਖੇਡਣਗੇ, ਨਿਸ਼ਾਨ ਝੁਲਾਣਗੇ, ਨਗਾਰੇ ਵਜਾਣਗੇ। ਹਾਂਜੀ, ਜਬ ਕਬ ਜਗਤ ਬੇਪਰਜਾ ਹੋਤ, ਜਦੋਂ ਜਗਤ ਵਿੱਚ ਮਰਜ਼ਾਦਾ ਉਲਟ ਹੋ ਜਾਂਦੀ ਹੈ, ਤੁਮ ਤਨ ਧਾਰ ਮਰਜ਼ਾਦ ਉਦੋਤ, ਉਦੋਂ ਮਹਾਰਾਜ ਤੁਸੀਂ ਅਵਤਾਰ ਧਾਰਦੇ ਹੋ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਮਹਾਰਾਜ ਤੁਹਾਡੇ ਅਵਤਾਰ ਆਉਂਦੇ ਨੇ ਧਰਤੀ ਉੱਤੇ ਮਰਜ਼ਾਦਾ ਨੂੰ ਰੱਖਣ ਵਾਸਤੇ। ਹਾਥ ਜੋਰ ਗੁਰਦਾਸ ਉਚਾਰੀ, ਕੋਲ ਭਾਈ ਗੁਰਦਾਸ ਸਾਹਿਬ ਜੀ ਬੈਠੇ ਸਨ, ਉਹਨਾਂ ਨੇ ਵੀ ਬੇਨਤੀ ਕੀਤੀ। ਬ੍ਰਿਧ ਸਾਹਿਬ ਕੀ ਉਪਮਾ ਭਾਰੀ, ਬਾਬਾ ਬੁੱਢਾ ਜੀ ਦੀ ਉਪਮਾ ਕੀਤੀ। ਸ੍ਰੀ ਨਾਨਕ ਆਦਿਕ ਗੁਰ ਸਾਰੇ, ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੀਂ ਪਾਤਸ਼ਾਹੀ ਤੱਕ ਉਹ ਸੇਵਾ ਕਰ ਸਦਾ ਨਿਹਾਰੇ। ਕਿ ਬਾਬਾ ਬੁੱਢਾ ਜੀ ਨੇ 5 ਪਾਤਸ਼ਾਹੀਆਂ ਦੀ ਸੇਵਾ ਕੀਤੀ ਹੈ। ਗੁਰੂ ਘਰ ਦੀ ਸਾਰੀ ਮਰਜ਼ਾਦਾ ਨੂੰ ਇਹ ਜਾਣਦੇ ਹਨ। ਸਫਲ ਹੈ ਬਾਕ ਸ਼ਰਾਪ ਅਰ ਬਰ ਕੋ, ਇਹਨਾਂ ਦੇ ਮੁਖ ਤੋਂ ਨਿਕਲਿਆ ਬਚਨ ਭਾਵੇਂ ਵਰ ਹੋਵੇ ਭਾਵੇਂ ਸ਼ਰਾਪ ਹੋਵੇ, ਉਹਨੂੰ ਕੋਈ ਟਾਲ ਨਹੀਂ ਸਕਦਾ। ਬ੍ਰਹਮ ਅਸਤਰ ਜਮ ਰਘੁਵਰ ਕਰ ਕੋ, ਜਿਵੇਂ ਸ੍ਰੀ ਰਾਮਚੰਦਰ ਜੀ ਦੇ ਹੱਥ ਦਾ ਬ੍ਰਹਮ ਅਸਤਰ ਚੱਲਿਆ, ਰੁਕਦਾ ਨਹੀਂ ਸੀ ਨਾ ਜੰਗ ਦੇ ਮੈਦਾਨ ਵਿੱਚ। ਐਸਾ ਇੱਕ ਸ਼ਸਤਰ ਉਹਨਾਂ ਨੂੰ ਬ੍ਰਹਮ ਅਸਤਰ ਕਹਿੰਦੇ ਨੇ, ਉਹਦਾ ਵਾਰ ਨਹੀਂ ਟਲਦਾ। ਜਿਵੇਂ ਬ੍ਰਹਮ ਅਸਤਰ ਸ੍ਰੀ ਰਾਮਚੰਦਰ ਜੀ ਦੇ ਹੱਥੋਂ ਚੱਲਿਆ, ਜੰਗ ਦੇ ਵਿੱਚ ਵਿਨਾਸ਼ ਕਰ ਦਿੰਦਾ, ਇਦਾਂ ਬਾਬਾ ਬੁੱਢਾ ਜੀ ਦੀ ਰਸਨਾ ਤੋਂ ਕਿਸੇ ਨੂੰ ਜੇ ਵਰ ਨਿਕਲ ਜੇ ਤੇ ਉਹ ਵਰ ਨਹੀਂ ਟਲ ਸਕਦਾ, ਜੇ ਸ਼ਰਾਪ ਨਿਕਲ ਜੇ ਉਹ ਸ਼ਰਾਪ ਨਹੀਂ ਟਲ ਸਕਦਾ। ਭਏ ਪੰਜ ਗੁਰ ਸ਼ਾਂਤ ਸਰੂਪ, 5 ਪਾਤਸ਼ਾਹੀਆਂ ਦੇ ਸ਼ਾਂਤ ਸਰੂਪ ਹੋਈਆਂ ਨੇ। 5 ਗੁਰੂ ਸਾਹਿਬ ਜਿਹੜੇ ਨੇ ਧੰਨ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ ਸ਼ਾਂਤੀ ਦੇ ਪੁੰਜ ਰਹੇ ਨੇ। ਕਰ ਕਰ ਸਿੱਖੀ ਰੀਤ ਅਨੂਪ, ਗੁਰਸਿੱਖੀ ਦੀ ਮਰਿਆਦਾ ਕਾਇਮ ਕੀਤੀ ਹੈ। ਦੇਤ ਰਹੇ ਸ਼ਾਂਤੀ ਉਪਦੇਸ਼, ਸ਼ਾਂਤੀ ਦਾ ਉਪਦੇਸ਼ ਦਿੰਦੇ ਰਹੇ ਹਨ। ਜੈ ਸੁਨ ਕਾਟੇ ਸਕਲ ਕਲੇਸ਼, ਜਿਨ੍ਹਾਂ ਉਪਦੇਸ਼ਾਂ ਨੂੰ ਸੁਣ ਕੇ ਸਾਰੇ ਕਲੇਸ਼ ਦੁੱਖ ਕੱਟੇ ਜਾਂਦੇ ਹਨ। ਅਬ ਸਾਯੁਧ ਗੁਰ ਹੋਵੈ ਆਪ, ਹੁਣ ਇਹ 6ਵੇਂ ਪਾਤਸ਼ਾਹ ਸ਼ਸਤਰਧਾਰੀ ਹੋਣਗੇ। ਸਿੱਖ ਸਾਯੁਧ ਕਰ ਬਧੈ ਪ੍ਰਤਾਪ, ਇਹ ਆਪਣੇ ਸਿੱਖਾਂ ਨੂੰ ਵੀ ਸ਼ਸਤਰਧਾਰੀ ਬਣਾਉਣਗੇ, ਆਪ ਵੀ ਸ਼ਸਤਰਧਾਰੀ ਹੋਣਗੇ, ਮੀਰੀ ਪੀਰੀ ਦੀਆਂ ਤੇਗਾਂ ਧਾਰਨਗੇ ਤੇ ਆਪਣੇ ਸਿੱਖਾਂ ਨੂੰ ਵੀ ਤਿਆਰ ਬਰ ਤਿਆਰ ਫੌਜੀ ਜੀਵਨ ਬਖਸ਼ਣਗੇ। ਹਾਂਜੀ, ਅਪਰ ਕੌਣ ਸਮਰੱਥ ਇਸ ਕਾਲ, ਹੋਰ ਇਸ ਵੇਲੇ ਕਲਯੁਗ ਦੇ ਵਿੱਚ ਕੌਣ ਹੈ ਜਿਹੜਾ ਇੰਨਾ ਕੰਮ ਕਰ ਸਕੇ। ਮੁਗਲਾਂ ਦੇ ਸਾਹਮਣੇ, ਪਠਾਣਾਂ ਦੇ ਸਾਹਮਣੇ ਧੌਣ ਉੱਚੀ ਕਰਨੀ ਬੜੀ ਔਖੀ ਹੈ। ਸ਼ਸਤਰ ਸਰਕਾਰ ਦੇ ਸਾਹਮਣੇ ਚੁੱਕਣੇ ਬੜੇ ਔਖੇ ਹੈ। ਜਿਹੜਾ ਕੋਈ ਮਾੜਾ ਜਿਹਾ ਵੀ ਖੰਘਦਾ ਅਗਲੇ ਉਸੇ ਵੇਲੇ ਨੱਪ ਲੈਂਦੇ ਆ, ਤੇ ਇਹ ਗੁਰੂ ਹਰਗੋਬਿੰਦ ਸਾਹਿਬ ਹੀ ਕਰ ਸਕਦੇ। ਹਾਂਜੀ, ਸਭ ਚਿਤ ਤੁਰਕਨ ਰਾਜ ਵਿਸਾਲ, ਸਾਰੀ ਧਰਤੀ ਤੇ ਤੁਰਕਾਂ ਦਾ ਰਾਜ ਹੈ, ਕੋਈ ਖੰਘ ਨਹੀਂ ਸਕਦਾ ਉਹਨਾਂ ਦੇ ਸਾਹਮਣੇ। ਬਰਾਬਰ ਤੇ ਹੋਵੇ ਬਿਦ ਸਾਰੀ, ਇਹ ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਹੀ ਹੋ ਸਕਣਾ ਸਾਰਾ ਕੁਝ। ਆਪ ਜੀ ਕਰਨ ਕਾਰਨ ਸਮਰੱਥ, ਆਪ ਜੀ ਕੋਲ ਰੱਬੀ ਸ਼ਕਤੀ, ਅਕਾਲ ਪੁਰਖ ਦੀ ਪਾਵਰ ਹੈ। ਹਿੰਦ ਧਰਮ ਕੋ ਲਿਹੋ ਉਬਾਰੀ, ਆਪ ਜੀ ਹਿੰਦੂ ਧਰਮ ਨੂੰ ਬਚਾਉਣਾ ਹੈ, ਨਹੀਂ ਤਾਂ ਹਿੰਦੂ ਧਰਮ ਖਤਮ ਹੋ ਜਾਣਾ।
ਹਿੰਦੂ ਧਰਮ ਦਾ ਦੁਨੀਆ ਤੇ ਨਾਮੋ ਨਿਸ਼ਾਨ ਹੀ ਮਿਟ ਜਾਣਾ ਜੇ ਤੁਸੀਂ ਮਹਾਰਾਜ ਇਹਨਾਂ ਦੀ ਲਾਜ ਨਾ ਰੱਖੀ। ਤਿਮ ਸੁਨ ਕਰ ਸ੍ਰੀ ਅਰਜਨ ਨਾਥ, ਭਾਈ ਗੁਰਦਾਸ ਜੀ ਦੀ ਬੇਨਤੀ ਸੁਣ ਕੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਦੇ ਬਚਨ ਸੁਣ ਕੇ ਉਠੇ ਹਰਖ ਲੈ ਸ੍ਰੀ ਫਲ ਹਾਥ। ਗੁਰੂ ਅਰਜਨ ਦੇਵ ਜੀ ਖੜੇ ਹੋਏ ਤੇ ਹੱਥ ਵਿੱਚ ਨਾਰੀਅਲ ਤੇ 5 ਪੈਸੇ ਲੈ ਲਏ। ਕਰੀ ਪ੍ਰਦਛਨ ਫਿਰ ਕਰ ਕੀਨ, 5 ਪੈਸੇ ਤੇ ਨਾਰੀਅਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੀਆਂ 3 ਪਰਿਕਰਮਾ ਕੀਤੀਆਂ। ਜਗਤ ਰੀਤ ਸੁਤ ਲਖਿਓ ਪ੍ਰਬੀਨ, ਕੋਠਾ ਸਾਹਿਬ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ, ਜਿੱਥੇ ਹੁਣ ਅਕਾਲ ਤਖਤ ਹੈ, ਪਹਿਲਾਂ ਜਗ੍ਹਾ ਤਾਂ ਖੁੱਲੀ ਸੀ ਪਰ ਨਾਲ ਹੀ ਕੋਠਾ ਸਾਹਿਬ ਉਹਦੇ ਅੰਦਰ ਹੀ ਹੈ। ਹੁਣ ਉਸ ਜਗ੍ਹਾ ਤੇ ਗੁਰਤਾ ਗੱਦੀ ਦੀ ਰਸਮ ਹੋਈ ਹੈ। ਪੈਸੇ 5 ਸਹਿਤ ਨਲੀਰ, 5 ਪੈਸੇ ਤੇ ਨਾਲੀਏਰ ਰੱਖਿਆ। ਤਰ ਆਗੇ ਨਮਰੇ ਤਿਸ ਬੇਰ, ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਅੱਗੇ 5 ਪੈਸੇ ਨਾਰੀਅਲ ਰੱਖ ਕੇ ਨਮਸਕਾਰ ਕੀਤੀ, ਮੱਥਾ ਟੇਕ ਦਿੱਤਾ। ਕਰੀ ਸਥਾਪਨ ਆਪਣੀ ਜੋਤ, ਆਪਣੀ ਜੋਤ ਗੁਰੂ ਹਰਗੋਬਿੰਦ ਸਾਹਿਬ ਵਿੱਚ ਸਥਾਪਨ ਕਰ ਦਿੱਤੀ। ਸਭ ਗੁਰ ਕੇ ਆਈ ਜਿਮ ਹੋਤ, ਜਿਵੇਂ ਗੁਰੂ ਨਾਨਕ ਦੇਵ ਜੀ ਤੋਂ ਰੀਤੀ ਚੱਲੀ ਆਈ ਸੀ ਉਵੇਂ ਹੀ ਮਹਾਰਾਜ ਨੇ ਮਰਜ਼ਾਦਾ ਪੂਰੀ ਕਰ ਦਿੱਤੀ। ਬੁੱਢੇ ਸਾਹਿਬ ਸੋ ਫਰਮਾਇਓ, ਫਿਰ 5ਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਫਰਮਾਇਆ, ਕਰੋ ਸੋ ਆਪ ਕਰਤ ਜਿਮ ਆਇਓ। ਲੋ ਬਾਬਾ ਜੀ ਹੁਣ ਤੁਸੀਂ ਗੁਰਿਆਈ ਦਾ ਤਿਲਕ ਲਾ ਦਿਓ ਜੋ ਤੁਸੀਂ ਪਿੱਛੋਂ ਕਰਦੇ ਆ ਰਹੇ ਹੋ। ਸ਼ੁਭ ਅਧਿਕਾਰ ਕਰਨ ਕੋ ਨੀਕਾ, ਤੁਹਾਨੂੰ ਹੀ ਇਹ ਅਧਿਕਾਰ ਹੈ। ਉਠੋ ਮਦਦ ਦੇਹੋ ਅਬ ਸੁਠ ਤੀਕਾ, ਹੁਣ ਸ੍ਰੀ ਹਰਗੋਬਿੰਦ ਜੀ ਦੇ ਮੱਥੇ ਤੇ ਟਿੱਕਾ ਲਾਓ, ਤਿਲਕ ਲਾਓ ਗੁਰਿਆਈ ਦਾ। ਹਾਥ ਜੋੜ ਤਬ ਬ੍ਰਿਤ ਬਖਾਨਿਓ, ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿਣ ਲੱਗੇ, ਇਹ ਕਿਆ ਕੌਤਕ ਰਾਵਰ ਠਾਨਿਓ। ਇਹ ਸੱਚੇ ਪਾਤਸ਼ਾਹ ਜੀ ਇਹ ਕੀ ਕੌਤਕ ਹੈ, ਇਹ ਆਪ ਜੀ ਕੀ ਕਰ ਰਹੇ ਹੋ? ਸਾਰੀ ਸੰਗਤ ਹੈਰਾਨ ਹੈ। ਅਜੇ ਮਹਾਰਾਜ ਜੀ ਆਪ ਜੀ ਦਾ ਉਮਰ ਦਾ, ਕਿਉਂਕਿ ਮਹਾਰਾਜ ਦੀ ਉਮਰ 43 ਸਾਲ ਦੀ ਸੀ। ਦਾੜੀ ਦੇ ਵਿੱਚ ਸਾਰੇ ਕੇਸ ਲਗਭਗ ਗੁਰੂ ਮਹਾਰਾਜ 5ਵੇਂ ਪਾਤਸ਼ਾਹ ਦੇ ਕਾਲੇ ਸਨ। ਸਰੀਰ ਜਵਾਨ ਸੀਗਾ। ਇੰਨੀ ਜਵਾਨੀ ਦੀ ਉਮਰ ਵਿੱਚ ਆਪ ਜੀ ਕੀ ਭਾਣਾ ਵਰਤਾਨ ਲੱਗੇ ਹੋ? ਜਗ ਹੋਤ ਦੇਹ ਕੋ ਅੰਤ, ਮਹਾਰਾਜ ਇਹ ਤਾਂ ਉਸ ਵੇਲੇ ਕੀਤਾ ਜਾਂਦਾ ਜਦੋਂ ਗੁਰੂ ਸਾਹਿਬ ਨੇ ਆਪਣਾ ਚੋਲਾ ਬਦਲਣਾ ਹੁੰਦਾ, ਸਰੀਰ ਛੱਡਣਾ ਹੁੰਦਾ ਹੈ। ਤਬ ਇਸ ਬਿਰਧ ਕੋ ਹੋਏ ਬ੍ਰਿਤਾਂਤ, ਇਹ ਤਾਂ ਗੁਰਿਆਈ ਗੱਦੀ ਦਿੱਤੀ ਜਾਂਦੀ ਜਦੋਂ ਚੋਲਾ ਛੱਡਣਾ ਹੋਵੇ। ਤਨ ਰਾਵਰ ਕੋ ਪਰਉਪਕਾਰੀ, ਆਪ ਜੀ ਦੇ ਸਰੀਰ ਦੀ ਅਜੇ ਬੜੀ ਲੋੜ ਹੈ, ਕਿਉਂਕਿ ਆਪ ਜੀ ਦਾ ਪਰਉਪਕਾਰੀ ਸਤਿਗੁਰੂ ਆਪ ਦਾ ਸਰੀਰ ਪਰਉਪਕਾਰ ਵਾਸਤੇ ਹੈ। ਜੰਬੂ ਦੀਪ ਦੀਪ ਅਨੁਹਾਰੀ, ਇਹ ਭਾਰਤ ਦੇਸ਼ ਦੇ ਵਿੱਚ ਤੇ ਏਸ਼ੀਆ ਦੇ ਵਿੱਚ ਤੇ ਪੂਰੀ ਧਰਤੀ ਵਿੱਚ ਤੁਸੀਂ ਦੁਨੀਆ ਦਾ ਭਲਾ ਕਰਨਾ ਹੈ। ਜਹ ਕਹਿ ਕਰਿਓ ਪ੍ਰਕਾਸ਼ ਵਿਸਾਲਾ, ਆਪ ਜੀ ਨੇ ਥਾਂ ਥਾਂ ਤੇ ਪ੍ਰਕਾਸ਼ ਕੀਤਾ ਸਤਿਗੁਰੂ ਜੀ। ਮਨ ਸ਼ੁਭ ਗਮਨਿਓ ਜਗਤ ਸੁਖਾਲਾ, ਆਪ ਜੀ ਦੀ ਕਿਰਪਾ ਨਾਲ ਜਗਤ ਚੰਗੇ ਰਾਹ ਤੇ ਤੁਰ ਰਿਹਾ ਹੈ। ਦਰਸ਼ਨ ਕੀ ਸੰਗਤ ਹੈ ਪਿਆਸੀ, ਅਜੇ ਤੇ ਸੰਗਤਾਂ ਦੇ ਦਰਸ਼ਨਾਂ ਦੀ ਪਿਆਸ ਹੀ ਨਹੀਂ ਬੁਝੀ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਦਰਸ਼ਨਾਂ ਨਾਲ ਅਜੇ ਅੱਖਾਂ ਤ੍ਰਿਪਤ ਨਹੀਂ ਹੋਈਆਂ ਸਾਡੀਆਂ, ਤੁਸੀਂ ਸਾਡੇ ਤੋਂ ਓਹਲਾ ਕਰਨ ਲੱਗੇ ਹੋ। ਦੂਰ ਦੂਰ ਤੇ ਆਏ ਹੁਲਾਸੀ, ਦੂਰੋਂ ਦੂਰੋਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਸਤਿਗੁਰੂ ਜੀ। ਭਗਤਨ ਭੂਰ ਭਾਵਨਾ ਜਾਨ, ਆਪ ਜੀ ਆਪਣੇ ਭਗਤਾਂ ਦੀਆਂ ਭਾਵਨਾ ਪੂਰੀਆਂ ਕਰਨ ਵਾਲੇ ਹੋ। ਆਪ ਸਰੀਰ ਧਰੋ ਜਗ ਆਨ, ਆਪ ਜੀ ਭਗਤਾਂ ਦਾ ਭਲਾ ਕਰਨ ਲਈ ਤੇ ਸਰੀਰ ਧਾਰਨ ਕਰਦੇ ਹੋ। ਔਚਕ ਚਰਜ ਕਹਾਂ ਜਨਾਵੋ, ਅੱਜ ਤੁਸੀਂ ਅਚਾਨਕ ਇਹ ਕੀ ਕੌਤਕ ਦਿਖਾਉਣ ਲੱਗੇ ਹੋ? ਫਿਰੋ ਆਪ ਸ਼ੁਭ ਦਰਸ ਦਿਖਾਵੋ, ਅਜੇ ਮਹਾਰਾਜ ਹੋਰ ਸਮਾਂ ਗੱਦੀ ਤੇ ਬਿਰਾਜ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ। ਸਭ ਕੇ ਅਹੋ ਆਸਰਾ ਭਾਰੇ, ਆਪ ਜੀ ਸਾਰਿਆਂ ਦਾ ਆਸਰਾ ਹੋ, ਅਸੀਂ ਸਾਰੇ ਸਿੱਖ ਸੇਵਕ ਤੁਹਾਡੇ ਆਸਰੇ ਤੇ ਹਾਂ। ਚੌਂਦਸ਼ ਦੁਸ਼ਟ ਦਾ ਧਾਰੇ, ਕਿਉਂਕਿ ਚਾਰੇ ਪਾਸੇ ਦੁਸ਼ਟ ਬੰਦੇ ਗੁਰੂ ਘਰ ਦੇ ਵੈਰੀ ਦੋਖੀ ਕਈ ਤਰ੍ਹਾਂ ਦੇ ਜਾਲ ਵਿਛਾ ਰਹੇ ਨੇ। ਬਨਹੁ ਸਹਾਇਕ ਸੰਗਤ ਕੇਰੇ, ਆਪਣੀਆਂ ਸੰਗਤਾਂ ਦੇ ਆਪ ਹੀ ਸਹਾਈ ਬਣੋ ਸਤਿਗੁਰੂ ਜੀ। ਸਰਬ ਪਰਿਵਾਰ ਤੁਮਹੋ ਦਿਸ ਹੇਰੇ, ਸਭ ਪਰਿਵਾਰ ਸੰਗਤਾਂ ਤੁਹਾਡੇ ਵੱਲ ਵੇਖ ਰਹੀਆਂ ਨੇ ਗੁਰੂ ਜੀ। ਬਿਗੜਿਓ ਸ਼ਾਹੋ ਚੰਦ ਕੇ ਕਹੇ, ਸੋ ਸਾਧ ਸੰਗਤ ਜੀ ਮਹਾਰਾਜ ਬਾਬਾ ਬੁੱਢਾ ਜੀ ਬਚਨ ਕਰ ਰਹੇ ਨੇ ਤੇ ਮਹਾਰਾਜ ਸੁਣ ਰਹੇ ਨੇ।
ਫਿਰ ਮਹਾਰਾਜ ਕਹਿੰਦੇ ਬਾਬਾ ਜੀ ਜਿਵੇਂ ਅਕਾਲ ਪੁਰਖ ਨੂੰ ਮਨਜ਼ੂਰ ਹੋਣਾ ਉਵੇਂ ਹੀ ਹੋਣਾ, ਤੁਸੀਂ ਹੁਣ ਗੁਰਿਆਈ ਦੀ ਰਸਮ ਪੂਰੀ ਕਰ ਦਿਓ। ਬਾਬਾ ਬੁੱਢਾ ਜੀ ਨੇ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦੇ ਮੱਥੇ ਤੇ ਅੱਧੀ ਰਾਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਗੁਰਿਆਈ ਗੱਦੀ ਦਿੱਤੀ। 24 ਮਈ ਸਨ 1606 ਨੂੰ ਇਹ ਮਰਿਆਦਾ ਕਰਕੇ 25 ਮਈ ਨੂੰ ਮਹਾਰਾਜ ਲਾਹੌਰ ਪਹੁੰਚ ਗਏ ਤੇ 30 ਮਈ ਤੱਕ ਸ਼ਹੀਦੀ ਵੀ ਪਾ ਗਏ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।